ਕਾਲ ਸਰਵੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਕੱਲ ਮਨਾਇਆ ਹੈ ਤੇ ਮੈਂ ਇੱਕ ਵਚਨ ਜ਼ਰੂਰ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਗਏ ਨੇ ਅਤੇ ਹੁਕਮ ਵੀ ਕੀਤਾ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਕਿ ਅੱਜ ਤੋਂ ਬਾਅਦ ਕੋਈ ਵੀ ਸ਼ਰੀਰ ਗੁਰੂ ਨਹੀਂ ਹੋਏਗਾ। ਗੁਰੂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਪਰ ਮੈਂ ਤੁਹਾਡੀ ਜਾਣਕਾਰੀ ਲਈ ਇਹ ਗੱਲ ਇੱਥੇ ਕਰਨੀ ਜ਼ਰੂਰੀ ਸਮਝਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਦੇ ਇਸ ਹੁਕਮ ਤੋਂ ਬਾਅਦ ਵੀ ਲੋਕਾਂ ਨੇ ਅੱਗੇ ਦੇਹਧਾਰੀ ਗੁਰੂ ਡੰਮ ਚਲਾ ਲਿਆ। ਦੇਹਧਾਰੀ ਗੁਰੂ ਡੰਮ, ਉਹਦੇ ਬਾਬਤ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ ਤੇ ਕੁਝ ਲਿਖਾਰੀਆਂ ਵੱਲੋਂ ਇਹ ਪ੍ਰਚਾਰ ਦਿੱਤਾ ਗਿਆ ਕਿ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਿੱਖਾਂ ਨੇ ਚਿਖਾ ਤਿਆਰ ਕੀਤੀ। ਚਿਖਾ ਤਿਆਰ ਕਰਕੇ ਉਹਦੇ ਆਲੇ ਦੁਆਲੇ ਤੰਬੂ ਕਨਾਤਾਂ ਲਾਈਆਂ ਗਈਆਂ, ਕਨਾਤਾਂ ਲਾ ਕੇ ਉਹਨੂੰ ਕਵਰ ਕੀਤਾ ਗਿਆ ਤੇ ਸੱਚੇ ਪਾਤਸ਼ਾਹ ਜੀ ਤਨ ਤੇ ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਆਪ ਉਸ ਕਨਾਤ ਦੇ ਅੰਦਰ ਚਲੇ ਗਏ। ਉਸ ਤੋਂ ਬਾਅਦ ਸਿੱਖਾਂ ਨੂੰ ਬਿਲਕੁਲ ਖਬਰ ਨਹੀਂ ਹੋਈ ਕਿ ਸੱਚੇ ਪਾਤਸ਼ਾਹ ਜੀ ਕਿੱਥੇ ਗਏ ਨੇ। ਇਸ ਤਰ੍ਹਾਂ ਦਾ ਕੁਝ ਲਿਖਾਰੀਆਂ ਵੱਲੋਂ ਲਿਖ ਕੇ ਪ੍ਰਚਾਰਿਆ ਗਿਆ ਤੇ ਮੈਂ ਬੇਨਤੀ ਕਰਾਂ, ਇਹ ਬਹੁਤ ਵੱਡੇ ਭੁਲੇਖੇ ਜਿਹੜੇ ਨੇ ਇਹ ਪੰਥ ਦੇ ਅੰਦਰ, ਕੌਮ ਦੇ ਅੰਦਰ ਲਿਖਾਰੀਆਂ ਵੱਲੋਂ ਖੜੇ ਕੀਤੇ ਗਏ ਨੇ, ਜੋ ਅਸਲੀਅਤ ਤੋਂ ਬਿਲਕੁਲ ਉਲਟ ਹੈ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਇਤਿਹਾਸ ਪੜ੍ਹਦੇ ਹਾਂ ਨਾ, ਉਦੋਂ ਵੀ ਇਸੇ ਤਰ੍ਹਾਂ ਦਾ ਇਤਿਹਾਸ ਬਣਾਇਆ ਗਿਆ ਕਿ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ। ਹੁਣ ਉੱਥੇ ਕਹਿੰਦੇ ਜੀ ਇੱਕ ਪਾਸੇ ਮੁਸਲਮਾਨ ਨੇ, ਉਹ ਵੀ ਮਹਾਰਾਜ ਨੂੰ ਮੰਨਣ ਵਾਲੇ, ਅਕੀਦਾ ਰੱਖਣ ਵਾਲੇ, ਸ਼ਰਧਾ ਰੱਖਣ ਵਾਲੇ, ਤੇ ਇੱਕ ਪਾਸੇ ਬਹੁਤ ਸਾਰੇ ਹਿੰਦੂ ਵੀਰ ਆ ਗਏ। ਕਹਿੰਦੇ ਦੋਨਾਂ ਵਿੱਚ ਝਗੜਾ ਹੋਣ ਲੱਗ ਪਿਆ। ਕਹਿਣ ਲੱਗੇ ਅਸੀਂ ਸਤਿਗੁਰਾਂ ਦਾ ਅੰਤਮ ਸੰਸਕਾਰ ਕਰਨਾ ਤੇ ਇੱਕ ਕਹਿਣ ਲੱਗੇ ਅਸੀਂ ਮਹਾਰਾਜ ਨੂੰ ਸਪੁਰਦੇ ਖਾਕ ਕਰਨਾ ਹੈ। ਹੁਣ ਇੱਥੇ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ। ਲਿਖਾਰੀ ਨੇ ਮੁਸਲਮਾਨਾਂ ਦਾ ਜ਼ਿਕਰ ਕੀਤਾ, ਹਿੰਦੂਆਂ ਦਾ ਜ਼ਿਕਰ ਕੀਤਾ, ਪਰ ਸਿੱਖਾਂ ਦਾ ਕਿਤੇ ਜ਼ਿਕਰ ਹੀ ਨਹੀਂ ਕੀਤਾ। ਸਿੱਖਾਂ ਦਾ ਜ਼ਿਕਰ ਨਹੀਂ ਕੀਤਾ। ਉੱਥੇ ਮਿਰਜ਼ਾ ਗੁਲਾਮ ਅਹਿਮਦ ਕਾਦੀਆ ਦੇ ਮੁਤਾਬਕ 3 ਕਰੋੜ ਤੋਂ ਵਧੇਰੇ ਸਿੱਖ ਗੁਰੂ ਨਾਨਕ ਸਾਹਿਬ ਨੇ ਸਾਜੇ ਨੇ, ਪਰ ਉੱਥੇ ਸਿੱਖਾਂ ਦਾ ਜ਼ਿਕਰ ਨਹੀਂ। ਤੇ ਫਿਰ ਕੀ ਕਿਹਾ ਗਿਆ? ਕਹਿੰਦੇ ਇਸ ਝਗੜੇ ਦੌਰਾਨ ਜਦੋਂ ਸੱਚੇ ਪਾਤਸ਼ਾਹ ਦੇ ਸਰੀਰ ਦੇ ਉੱਪਰ ਪਾਈ ਚਾਦਰ ਨੂੰ ਚੁੱਕਿਆ ਤੇ ਥੱਲੋਂ ਮਹਾਰਾਜ ਦਾ ਸਰੀਰ ਅਲੋਪ ਹੋ ਗਿਆ। 2 ਫੁੱਲ ਕੇਵਲ ਮਿਲੇ ਤੇ ਚਾਦਰ ਜਿਹੜੀ ਸੀ ਉਹਨੂੰ ਅੱਧਾ ਅੱਧਾ ਵੰਡ ਲਿਆ ਗਿਆ। ਹੁਣ ਇਹ ਇਤਿਹਾਸ ਜਿਹੜਾ ਆਪਾਂ ਕਈ ਸਮੇਂ ਤੋਂ ਸੁਣਦੇ ਆ ਰਹੇ ਹਾਂ, ਪਰ ਅਸਲੀਅਤ ਤੋਂ ਬਹੁਤ ਦੂਰ ਹੈ। ਸੱਚੇ ਪਾਤਸ਼ਾਹ ਜੀ ਨੇ ਜੇ ਆਪਣੀ ਹਯਾਤੀ ਦੇ ਅੰਦਰ ਇੱਕ ਅਕਾਲ ਪੁਰਖ ਦੇ ਭੈ ਵਿੱਚ ਰਹਿ ਕੇ ਸੰਸਾਰ ਨੂੰ ਰੱਬੀ ਹੁਕਮ ਮੰਨਣ ਦੀ ਗੱਲ ਕੀਤੀ ਹੈ। ਸੱਚੇ ਪਾਤਸ਼ਾਹ ਨੇ ਕੋਈ ਕਰਾਮਾਤਾਂ ਨਹੀਂ ਵਿਖਾਈਆਂ, ਕੋਈ ਜਾਦੂ ਮੰਤਰਾਂ ਨਾਲ ਦੁਨੀਆ ਨੂੰ ਆਪਣੇ ਵੱਲ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦੇ ਘਰ ਦਾ ਸੰਦੇਸ਼ ਦੇ ਕੇ ਦੁਨੀਆ ਨੂੰ ਜੀਵਨ ਜਿਉਣ ਦੀ ਜੁਗਤ ਦੱਸੀ ਹੈ। ਤੇ ਸੱਚੇ ਪਾਤਸ਼ਾਹ ਜੀ ਆਪਣੀ ਹਯਾਤੀ ਵਿੱਚ ਜੇ ਕੋਈ ਕਰਾਮਾਤ ਨਹੀਂ ਵਿਖਾਉਂਦੇ, ਕਰਾਮਾਤ ਨੂੰ ਨਹੀਂ ਮੰਨਦੇ, ਕਿਸੇ ਤਰ੍ਹਾਂ ਦਾ ਇਹੋ ਜਿਹਾ ਅਡੰਬਰ ਨਹੀਂ ਕਰਦੇ, ਤੇ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਚੋਲਾ ਤਿਆਗਣ ਤੋਂ ਬਾਅਦ ਅਜਿਹਾ ਕਿਉਂ ਕੀਤਾ? ਮਹਾਰਾਜ ਦਾ ਸਰੀਰ ਕਿੱਥੇ ਚਲਿਆ ਗਿਆ? ਇਹ ਸਾਡੇ ਵਾਸਤੇ ਸਵਾਲ ਨੇ ਕਿ ਸਰੀਰ ਕਿੱਥੇ ਅਲੋਪ ਹੋ ਗਿਆ। ਅਸਲੀਅਤ ਜਿਹੜੀ ਸੀ ਕੁਝ ਹੋਰ ਸੀ, ਪਰ ਪ੍ਰਚਾਰਿਆ ਕੁਝ ਹੋਰ ਗਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਇੱਥੇ ਵੀ ਇਹੋ ਹੀ ਦੱਸਿਆ ਗਿਆ ਕਿ ਸੱਚੇ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰਨ ਕਰਕੇ
ਘੋੜੇ ਤੇ ਸਵਾਰ ਹੋ ਕੇ ਅੰਦਰ ਜਾਂਦੇ ਨੇ ਤੇ ਫਿਰ ਕਿਸੇ ਪਾਸੇ ਅਲੋਪ ਹੋ ਜਾਂਦੇ ਨੇ, ਕਿਸੇ ਨੂੰ ਖਬਰ ਨਹੀਂ ਕਿ ਮਹਾਰਾਜ ਕਿੱਥੇ ਚਲੇ ਗਏ। ਇਹ ਇਤਿਹਾਸ ਜਿਹੜਾ ਸੀ ਪ੍ਰਚਾਰਿਆ ਗਿਆ, ਪਰ ਅਸਲੀਅਤ ਇਹ ਹੈ ਕਿ ਸੱਚੇ ਪਾਤਸ਼ਾਹ ਦੇ ਉੱਪਰ ਜਦੋਂ ਕਟਾਰ ਦੇ ਨਾਲ ਪਠਾਣਾ ਨੇ ਹਮਲਾ ਕੀਤਾ, ਉਹ ਜ਼ਖਮ ਬੜਾ ਡੂੰਘਾ ਸੀ। ਉਸ ਦੇ ਕਰਕੇ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ। 42 ਸਾਲ ਦੀ ਕੇਵਲ ਉਮਰ ਹੈ, ਤੇ ਜੇ ਆਪਾਂ ਸੱਚੇ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਮੰਨ ਲਈਏ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਮਹਾਰਾਜ ਨੇ ਵੀ ਆਪਣੀ ਸ਼ਹਾਦਤ ਹੀ ਦਿੱਤੀ ਹੈ, ਸ਼ਹਾਦਤ ਦਿੱਤੀ ਹੈ। ਪਰ ਇਤਿਹਾਸ ਇਹ ਪ੍ਰਚਾਰਿਆ ਗਿਆ ਕਿ ਸਤਿਗੁਰੂ ਆਪ ਅੰਦਰ ਗਏ, ਉਸ ਤੋਂ ਬਾਅਦ ਮਹਾਰਾਜ ਅਲੋਪ ਹੋ ਗਏ। ਹੁਣ ਇਸ ਗੱਲ ਦਾ ਨਜਾਇਜ਼ ਫਾਇਦਾ ਕਿਹਨਾਂ ਨੇ ਲਿਆ? ਇਸ ਗੱਲ ਦਾ ਨਜਾਇਜ਼ ਫਾਇਦਾ ਲੈਣ ਵਾਲੇ ਲੋਕ ਜਿਹੜੇ ਸਨ, ਉਹਨਾਂ ਨੇ ਕੀ ਇਤਿਹਾਸ ਬਣਾਇਆ? ਉਹਨਾਂ ਨੇ ਆਖਿਆ ਜੀ ਮਹਾਰਾਜ ਅਲੋਪ ਹੋ ਗਏ ਤੇ ਬਹੁਤ ਲੰਬਾ ਸਮਾਂ ਗੁਪਤ ਰਹੇ, ਗੁਪਤ। ਤੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਨ 1785 ਦੇ ਵਿੱਚ ਬਾਲਕ ਸਿੰਘ ਨਾਂ ਦਾ ਇੱਕ ਇਨਸਾਨ ਪੈਦਾ ਹੁੰਦਾ ਹੈ। ਬਾਲਕ ਸਿੰਘ ਨਾਂ ਦੇ ਉਸ ਇਨਸਾਨ ਨੇ ਬਾਅਦ ਵਿੱਚ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਉੱਤਰਾਧਿਕਾਰੀ ਅਤੇ ਗੁਰੂ ਨਾਨਕ ਦੀ ਗੱਦੀ ਦਾ 11ਵਾਂ ਵਾਰਸ ਹੋਣ ਦਾ ਦਾਅਵਾ ਕਰ ਦਿੱਤਾ। ਜਦੋਂ ਲੋਕਾਂ ਨੇ ਸਵਾਲ ਕੀਤਾ ਵੀ ਇਹ ਕਿਵੇਂ, ਤਾਂ ਉਸ ਬਾਲਕ ਸਿੰਘ ਨੇ ਇਹ ਦਾਅਵਾ ਕੀਤਾ ਕਿ ਮੇਰੀ ਉਮਰ ਉਦੋਂ 12 ਸਾਲ ਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਮਿਲੇ। ਮੈਂ ਗੁਰੂ ਜੀ ਦੀ ਬੜੀ ਅਰਾਧਨਾ ਕੀਤੀ ਤੇ ਮੇਰੀ ਅਰਾਧਨਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਮਿਲੇ। ਤਿਆਰ ਬਰ ਤਿਆਰ ਸ਼ਸਤਰ ਧਾਰੀ ਘੋੜੇ ਤੇ ਸਵਾਰ 5 ਸਿੰਘ ਕਹਿੰਦਾ ਸਤਿਗੁਰਾਂ ਦੇ ਨਾਲ ਸਨ, ਤੇ ਗੁਰੂ ਸਾਹਿਬ ਜੀ ਨੇ ਆ ਕੇ ਮੈਨੂੰ ਦਰਸ਼ਨ ਦਿਦਾਰ ਦਿੱਤੇ ਤੇ ਮੈਂ ਮਹਾਰਾਜ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ। ਆਖਿਆ ਮੈਂ ਬੜੀ ਦੇਰ ਦਾ ਤੁਹਾਡੀ ਉਡੀਕ ਕਰਦਾ ਸੀ ਸਤਿਗੁਰੂ, ਤੁਸੀਂ ਅੱਜ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਨੇ। ਇੰਨਾ ਸਮਾਂ ਗੁਪਤ ਰਹੇ ਹੋ, ਆਪ ਕਿੱਥੇ ਰਹੇ ਹੋ? ਤੇ ਸਤਿਗੁਰੂ ਨੇ ਆਖਿਆ ਸੀ ਸਾਡੇ ਗੁਪਤ ਰਹਿਣ ਦਾ ਕਾਰਨ ਇਹੋ ਸੀ, ਅਸੀਂ ਉਡੀਕ ਕਰਦੇ ਸਾਂ ਕਿ ਕਦੋਂ ਬਾਲਕ ਸਿੰਘ ਪੈਦਾ ਹੋਵੇ ਤੇ ਕਦੋਂ ਅਸੀਂ ਇਹਨੂੰ ਆਪਣੀ ਗੱਦੀ ਦੇਈਏ। ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ 5 ਪੈਸੇ ਅਤੇ ਨਾਰੀਅਲ ਰੱਖ ਕੇ ਬਾਲਕ ਸਿੰਘ ਨੂੰ ਮੱਥਾ ਟੇਕ ਕੇ 11ਵਾਂ ਗੁਰੂ ਥਾਪਿਆ। ਤੇ ਫਿਰ ਇਹ ਵੀ ਆਖਿਆ ਕਿ ਆਉਣ ਵਾਲੇ ਥੋੜੇ ਸਮੇਂ ਵਿੱਚ ਅਸੀਂ ਜੱਸਾ ਸਿੰਘ ਰਾਮਗੜੀਏ ਦੇ ਰੂਪ ਦੇ ਵਿੱਚ ਬਾਬਾ ਰਾਮ ਸਿੰਘ ਬਣ ਕੇ ਪੈਦਾ ਹੋਵਾਂਗੇ ਤੇ ਤੇਰੇ ਕੋਲੋਂ ਇਹ ਗੱਦੀ ਫਿਰ ਵਾਪਸ ਲਵਾਂਗੇ, ਇਹ ਗੱਦੀ ਫਿਰ ਵਾਪਸ ਲੈ ਲਵਾਂਗੇ। ਸੋ ਬਾਲਕ ਸਿੰਘ ਤੋਂ ਬਾਅਦ ਫਿਰ ਰਾਮ ਸਿੰਘ ਗੁਰੂ ਬਣਿਆ। 11ਵਾਂ 12ਵਾਂ 13ਵਾਂ ਗੁਰੂ ਉਹ ਬਣਾ ਕੇ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਉਹਨਾਂ ਬਿਲਕੁਲ ਸਿੱਧਾ ਚੈਲੰਜ ਕਰ ਦਿੱਤਾ ਕਿ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮਿਲੀ, ਸਗੋਂ ਸਾਡੇ ਬਾਲਕ ਸਿੰਘ ਨੂੰ ਮਿਲੀ ਹੈ, ਉਹ 11ਵਾਂ ਗੁਰੂ ਹੈ। ਅੱਗੇ ਰਾਮ ਸਿੰਘ ਨੂੰ 12ਵਾਂ ਗੁਰੂ ਥਾਪਿਆ ਗਿਆ। ਇਹ ਜਿਹੜਾ ਸੀ ਬਿਲਕੁਲ ਮਨੋਕਲਪਿਤ ਸਾਰਾ ਕੁਝ ਸਿਰਜ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਵੀ ਚੈਲੰਜ ਕੀਤਾ ਅਤੇ ਇੱਕ ਦੇਹਧਾਰੀ ਗੁਰੂ ਡੰਮ ਚਲਾਇਆ, ਜਿਹਦਾ ਅੱਜ ਪ੍ਰਚਾਰ ਬੜੇ ਵੱਡੇ ਪੱਧਰ ਤੇ ਹੋ ਰਿਹਾ ਤੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਵੀ ਹੋਏ ਨੇ। ਆਪਣੇ ਆਪ ਨੂੰ ਉਹ ਨਾਮਧਾਰੀ ਸੰਪਰਦਾ ਅਖਵਾਉਂਦੇ ਨੇ। ਪਰ ਮੈਂ ਬੇਨਤੀ ਕਰਾਂ, ਇਹ ਜੋ ਉਹਨਾਂ ਨੇ ਪ੍ਰਚਾਰਿਆ ਹੈ ਇਹਦੇ ਵਿੱਚ 1% ਵੀ ਸੱਚ ਨਹੀਂ ਹੈ, ਕਿਉਂਕਿ ਸਨ 1708 ਦੇ ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ ਤੇ ਜੋ ਵਾਕਿਆ ਬਾਲਕ ਸਿੰਘ ਦੱਸ ਰਿਹਾ ਹੈ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਹੋ ਕੇ ਅੱਗੇ ਗੁਰਿਆਈ ਦੇਣ ਦਾ ਵਾਕਿਆ, ਇਹ ਵਾਕਿਆ 1785 ਵਿੱਚ ਜਨਮੇ ਬਾਲਕ ਸਿੰਘ ਨੇ ਆਪਣੀ 12 ਸਾਲ ਦੀ ਉਮਰ ਦਾ ਬਿਆਨ ਕੀਤਾ ਹੈ। ਹੁਣ 1785 ਦੇ ਵਿੱਚ 12 ਸਾਲ ਤੁਸੀਂ ਹੋਰ ਜੋੜ ਲਓ, ਕਿੰਨਾ ਸਮਾਂ ਬਣ ਗਿਆ ਸਾਧ ਸੰਗਤ। ਹੁਣ ਇੰਨਾ ਸਮਾਂ ਮਹਾਰਾਜ ਕਿੱਥੇ ਅਲੋਪ ਰਹੇ ਤੇ ਕਿਵੇਂ ਆ ਕੇ ਫਿਰ 11ਵਾਂ ਗੁਰੂ ਥਾਪ ਦਿੱਤਾ? ਇਹ ਮਨੋਕਲਪਿਤ ਗੱਲਾਂ ਜਿਹੜੀਆਂ ਨੇ ਇਹ ਘੜ ਕੇ ਇਤਿਹਾਸ ਨੂੰ ਤੋੜ ਮਰੋੜ ਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ। ਆਪਣਾ ਦੇਹਧਾਰੀ ਗੁਰੂ ਡੰਮ ਚਲਾਇਆ ਗਿਆ
ਪਰ ਜੋ ਹੁਕਮ ਸੱਚੇ ਪਾਤਸ਼ਾਹ ਨੇ ਕੀਤਾ ਸੀ ਉਹਨੂੰ ਮੰਨਣ ਵਾਸਤੇ ਲੋਕ ਤਿਆਰ ਨਹੀਂ। ਅੱਜ ਸਾਨੂੰ ਲੋੜ ਹੈ ਐਸੇ ਲੋਕਾਂ ਤੋਂ ਸੁਚੇਤ ਹੋਈਏ ਤੇ ਜੋ ਹੁਕਮ ਸੱਚੇ ਪਾਤਸ਼ਾਹ ਨੇ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਇਹਨਾਂ ਬਚਨਾਂ ਤੇ ਪਹਿਰਾ ਦਈਏ ਤਾਂ ਗੁਰੂ ਦੀ ਕਿਰਪਾ ਸਾਡੇ ਤੇ ਵਰਤੇਗੀ। ਤੇ ਮਹਾਰਾਜ ਕਹਿੰਦੇ ਜਿਹੜੇ ਐਸੇ ਲੋਕ ਨੇ ਨਾ, ਉਹ ਕੀ ਕਰਦੇ ਨੇ, ਉਹ ਗੱਲ ਫਰੋਸੀ ਕਰੇ ਬਹੁ ਤੇਰੀ। ਕਹਿੰਦੇ ਗੱਲ ਫਰੋਸੀ ਕਰਦੇ ਨੇ, ਬਹੁਤ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਦੱਸਦੇ ਨੇ, ਕਈ ਤਰ੍ਹਾਂ ਦੀਆਂ ਵਡਿਆਈਆਂ ਆਪਣੀਆਂ ਆਪ ਹੀ ਕਰੀ ਜਾਂਦੇ ਨੇ। ਤੇ ਸਾਹਿਬ ਜੀ ਕਹਿੰਦੇ ਉਸ ਦਾ ਬੋਲਿਆ ਕਿਸੇ ਨਾ ਭਾਇਆ। ਕਹਿੰਦੇ ਉਹਨਾਂ ਦੀਆਂ ਗੱਲਾਂ ਕਿਸੇ ਨੂੰ ਵੀ ਚੰਗੀਆਂ ਨਹੀਂ ਲੱਗਦੀਆਂ ਮਨਮੁਖਾਂ ਦੀਆਂ। ਤੇ ਉਸ ਮਨਮੁਖ ਬੰਦੇ ਦੀ ਹਾਲਤ ਬਿਆਨ ਕੀਤੀ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ। ਮਹਾਰਾਜ ਕਹਿੰਦੇ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ,